बीइंग एन इंटरनेशनल पब्लिक स्पीकिंग कोच मैं 23 प्लस कंट्रीज़ ਵਿੱਚ ਕੋਚਿੰਗ ਕਰ ਰਿਹਾ ਜਾਂ ਮੈਂ 18 ਤੋਂ ਜ਼ਿਆਦਾ ਕੰਟਰੀਜ਼ ਵਿੱਚ ਆਪਣੇ 800 ਤੋਂ ਜ਼ਿਆਦਾ ਕੀ ਟਾਕਸ ਦੇ ਚੁੱਕਿਆ ਕੀਨੋਟ ਟਾਕਸ ਦੇ ਚੁੱਕਿਆ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਇਹ ਸਾਡੇ ਸਿੱਖ ਕੌਮ ਵਾਸਤੇ ਬਹੁਤ ਮਾਣ ਦੀ ਗੱਲ ਹੈਗੀ ਹੈ ਕਿ ਇੱਕ ਸਿੱਖ ਨੂੰ ਅੱਜ ਬਾਹਰ ਦੇ ਲੋਕੀ ਬੁਲਾ ਕਰਕੇ ਕੋਚਿੰਗ ਲੈਂਦੇ ਪਏ ਨੇ। ਬਾਹਰ ਦਾ ਫੋਰਨਰ ਜਿਹੜਾ ਹੈਗਾ ਉਹ ਕਹਿੰਦਾ ਮੈਂ ਆਥਰ ਸ਼ਹਿਰੀ ਤੋਂ ਕੋਚਿੰਗ ਲੈਣੀ ਹੈ। ਇਹ ਸਭ ਵਾਹਿਗੁਰੂ ਦੀ ਕਿਰਪਾ ਹੈਗੀ ਹੈ, ਗੁਰੂ ਨਾਨਕ ਦੇਵ ਜੀ ਦਾ ਸਿਰ ਤੇ ਹੱਥ ਹੈਗਾ ਤਾਂ ਹੀ ਇਹ ਸਭ ਪੋਸੀਬਲ ਹੋ ਪਾਇਆ। ਤੇ ਯੂ ਡੋਂਟ ਹੈਵ ਟੂ ਬੀ ਅ ਜਰਨਲਿਸਟ, ਯੂ ਹੈਵ ਟੂ ਬੀ ਅ ਸਪੈਸ਼ਲਿਸਟ। ਤਾਂ ਹੀ ਤੁਸੀਂ ਅੱਗੇ ਆਪਣੇ ਕਰੀਅਰ ਵਿੱਚ ਇੱਕ ਐਕਸਕਲੂਸਿਵਿਟੀ ਕ੍ਰੀਏਟ ਕਰ ਸਕਦੇ ਹੋ। ਅੱਜ ਬਹੁਤ ਸਾਰੇ ਟ੍ਰੇਨਰਸ ਜਿਹੜੇ ਤੁਸੀਂ ਮਾਰਕੀਟ ਵਿੱਚ ਦੇਖਦੇ ਹੋ, ਵਾਹਿਗੁਰੂ ਦੀ ਮਿਹਰ ਨਾਲ ਮੈਂ ਹੀ ਉਹਨਾਂ ਨੂੰ ਟ੍ਰੇਨ ਕੀਤਾ ਹੈਗਾ। ਐਂਡ ਪਬਲਿਕ ਸਪੀਕਿੰਗ ਇਜ਼ ਗੋਇੰਗ ਟੂ ਬੀ ਅ ਬਿਗ ਇੰਡਸਟਰੀ ਇਨ ਇੰਡੀਆ ਡਾਊਨ ਦ ਲਾਈਨ ਨੈਕਸਟ 10 years। ਅੰਦਰ ਤੁਸੀਂ ਜੁੜੇ ਹੋ, ਜਦੋਂ ਤੱਕ ਤੁਸੀਂ ਅੰਦਰ ਤੱਕ ਜੁੜੇ ਹੋਏ ਹੋ ਬਾਹਰ ਤੁਹਾਨੂੰ ਕੋਈ ਚੀਜ਼ ਤੱਤੀ ਨਹੀਂ ਲੱਗ ਸਕਦੀ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਸਾਡੇ ਨਾਲ ਵੀਡੀਓ ਸੀਰੀਜ਼ ਵਿੱਚ ਜਿੱਥੇ ਅਸੀਂ ਸਿੱਖਪਨ ਦੇ ਹੀਰਿਆਂ ਨੂੰ ਤਲਾਸ਼ ਕੇ ਤੁਹਾਡੇ ਸਾਹਮਣੇ ਲਾਉਂਦੇ ਨੇ, ਸਾਡੇ ਨਾਲ ਹੈਗੇ ਨੇ ਸੁਪ੍ਰੀਤ ਸਿੰਘ ਵੀਰ ਜੀ, ਵੈਰੀ ਪੋਪੂਲਰਲੀ ਨੋਨ ਐਜ਼ ਆਥਰ ਸ਼ਹਿਰੀ। ਆਥਰ ਸ਼ਹਿਰੀ ਦੇ ਕੋਲ 5-6 ਬੜੀ ਯੂਨੀਕ ਅਚੀਵਮੈਂਟਸ ਨੇ ਜੋ ਅੱਜ ਅਸੀਂ ਇਸ ਇੰਟਰਵਿਊ ਵਿੱਚ ਉਹਨਾਂ ਕੋਲੋਂ ਜਾਣਾਂਗੇ। ਪਰ ਦੁਨੀਆ ਦੇ ਪਹਿਲੇ ਐਸੇ ਸ਼ਖਸ, ਪਹਿਲੇ ਐਸੇ ਸਿੱਖ ਜਿਨ੍ਹਾਂ ਨੇ 9 ਟੈਡੈਕਸ ਟਾਕਸ ਕੀਤੀਆਂ ਨੇ, ਦੁਨੀਆ ਦੇ ਸ਼ਾਇਦ ਪਹਿਲੇ ਇਹੋ ਜਿਹੇ ਸਪੋਕਸ ਪਰਸਨ ਜਿਨ੍ਹਾਂ ਨੇ 4 ਜੋਸ਼ ਟਾਕਸ ਕੀਤੀਆਂ ਨੇ, ਔਰ ਉਹ ਵੀ ਇੱਕ ਇੰਗਲਿਸ਼, ਇੱਕ ਹਿੰਦੀ ਤੇ 2 ਪੰਜਾਬੀ ਵਿੱਚ। ਸਾਨੂੰ ਬੜਾ ਮਾਣ ਫੀਲ ਹੁੰਦਾ ਹੈ ਅੱਜ ਆਥਰ ਸ਼ਹਿਰੀ ਨੂੰ ਆਪਣੇ ਕੋਲ ਬੁਲਾਉਣ ਵਿੱਚ। ਵੈਲਕਮ ਆਥਰ ਸ਼ਹਿਰੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, 9 ਟੈਡੈਕਸ ਟਾਕਸ ਲੋਕਾਂ ਨੂੰ ਤਾਂ ਇੱਕ ਵਿੱਚ ਵੀ ਬੋਲਣ ਦਾ ਮੌਕਾ ਨਹੀਂ ਮਿਲਦਾ। ਇਹ ਤੁਹਾਨੂੰ ਜਜ਼ਬਾ, ਇਹ ਪਬਲਿਕ ਸਪੀਕਿੰਗ ਦਾ ਇਹ ਥਾਟ ਕਿੱਥੋਂ ਸ਼ੁਰੂ ਹੋਈ? ਇਹ ਪਹਿਲੀ ਵਾਰੀ ਕਦੋਂ ਤੁਹਾਨੂੰ ਇੱਕ ਬਲਬ ਜਲਿਆ, ਇਹ ਸਪਾਰਕ ਆਈ ਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ? ਪਹਿਲੀ ਵਾਰ ਤਾਂ ਸਪਾਰਕ ਤਾਂ ਆਇਆ ਜਦੋਂ ਮੈਂ ਸਟੇਜ 'ਤੇ ਇੱਕ ਵਾਰੀ ਮੈਨੂੰ ਬੋਲਣਾ ਸੀਗਾ ਅਤੇ ਮੈਂ ਬੋਲ ਨਹੀਂ ਪਾਇਆ ਕੁਛ ਵੀ। 300 ਬੰਦਾ ਬੈਠਿਆ ਸੀ, ਫੁੱਲ ਪੈਕ ਆਡੀਟੋਰੀਅਮ ਹੈਗੇ ਸੀ ਅਤੇ ਮੇਰੀ ਕੰਪਨੀ ਦਾ ਜਿਹੜਾ ਕੰਟਰੀ ਹੈਡ ਹੈਗਾ ਸੀ ਉਹਨੇ ਮੈਨੂੰ ਕੋਈ ਅਵਾਰਡ ਦੇਣਾ ਸੀ। ਮੈਂ ਅਵਾਰਡ ਲੈਣ 'ਤੇ ਆ ਗਿਆ ਬੜੀ ਖੁਸ਼ੀ ਦਿਮਾਗ 'ਚ ਸੋਚ ਕੇ ਕਿ ਮੈਂ ਕੁਛ ਬੋਲਾਂਗਾ। ਪਰ ਜਦੋਂ ਮੈਂ ਡਾਇਸ 'ਤੇ ਆਇਆ ਅਤੇ ਮੇਰੀ ਉੱਥੇ ਅੱਖ ਦੇ ਆ ਕੇ ਬਿਲਕੁਲ ਹਨੇਰਾ ਛਾ ਗਿਆ। ਹਾਂ, ਸਟੇਜ ਫਰਾਈਟ ਹੋ ਗਿਆ, ਐਨਗਜ਼ਾਇਟੀ ਅਟੈਕ ਹੋਇਆ ਮੈਨੂੰ। ਉਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਐਨਗਜ਼ਾਇਟੀ ਅਟੈਕ ਹੁੰਦਾ। ਤਾਂ ਮੈਨੂੰ ਬਾਅਦ ਵਿੱਚ ਸਮਝ ਆਈ ਜਦੋਂ ਮੈਂ ਸਾਈਕੋਲੋਜੀ ਦੀ ਸਟੱਡੀ ਕੀਤੀ। ਬਟ ਉਸ ਟਾਈਮ ਮੈਨੂੰ ਬੜਾ ਡੀਮੋਟੀਵੇਟਿੰਗ ਫੀਲ ਹੋਇਆ ਔਰ ਮੈਂ ਇੱਕ ਚੀਜ਼ ਡਿਸਾਈਡ ਕੀਤੀ ਉਸ ਦਿਨ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦਿਨ ਦੁਬਾਰਾ ਕਦੇ ਨਹੀਂ ਦੇਖਾਂਗਾ। ਔਰ ਉਹ ਮੈਂ ਪਲੈਜ ਲੈਣ ਤੋਂ ਬਾਅਦ ਜਦੋਂ ਇਸ ਫੀਲਡ ਬਾਰੇ ਨੌਲੇਜ ਲੈਣਾ ਸ਼ੁਰੂ ਕੀਤਾ, ਉੱਥੋਂ ਮੇਰਾ ਇਹ ਸਾਰਾ ਸਫ਼ਰ ਸ਼ੁਰੂ ਹੋਇਆ। ਉਸ ਤੋਂ ਬਾਅਦ ਮੈਂ 7000 ਤੋਂ ਜ਼ਿਆਦਾ ਸਪੀਕਰਸ ਨੂੰ ਲਾਈਵ, ਆਫਲਾਈਨ, ਆਨਲਾਈਨ ਸੁਣਿਆ। ਮੈਂ ਸਮਝਿਆ ਕਿ ਉਹ ਕਿਸ ਤਰ੍ਹਾਂ ਆਪਣੀ ਟਾਕ ਨੂੰ ਸਟਰਕਚਰ ਕਰ ਰਹੇ ਨੇ, ਕਿਸ ਤਰ੍ਹਾਂ ਆਪਣੀ ਗੱਲ ਨੂੰ ਐਂਗੇਜ ਕਰਕੇ ਆਡੀਅנס ਨਾਲ ਕਨੈਕਟ ਕਰ ਰਹੇ ਨੇ, ਕਿਸ ਤਰ੍ਹਾਂ ਹਿਊਮਰ ਕ੍ਰੀਏਟ ਕਰ ਰਹੇ ਨੇ, ਬਾਡੀ ਲੈਂਗੁਏਜ ਕਿਸ ਤਰ੍ਹਾਂ ਯੂਜ਼ ਕਰ ਰਹੇ ਨੇ, ਸਟੇਜ ਦੀ ਮੂਵਮੈਂਟ ਕੀ ਹੈਗੀ ਹੈ, ਐਕਸਪ੍ਰੈਸ਼ਨਸ ਕਿਵੇਂ ਹੈਗੇ ਨੇ, ਵੌਇਸ ਮੋਡੂਲੇਸ਼ਨ ਕਿਵੇਂ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਮੈਂ ਸਮਝਿਆ ਔਰ ਮੈਂ ਆਪਣੇ ਆਪ ਨੂੰ ਟ੍ਰੇਨ ਕਰਦਾ ਚਲਾ ਗਿਆ। ਅਤੇ ਉਸ ਤੋਂ ਬਾਅਦ ਜਦੋਂ ਇੱਕ ਜਿਸ ਤਰ੍ਹਾਂ ਰੱਬ ਕਹਿੰਦੇ ਨਾ ਕਿ ਜਦੋਂ ਤੁਹਾਡਾ ਭਾਂਡਾ ਤਿਆਰ ਹੋਏ ਨਾ ਅਤੇ ਦਾਤ ਰੱਬ ਆਪਣੇ ਆਪ ਪਾ ਦਿੰਦਾ। ਬਿਲਕੁਲ। ਸੋ ਉਹੀ ਚੀਜ਼ ਹੋਈ ਮੇਰੇ ਨਾਲ ਵੀ ਕਿ ਜਦੋਂ ਰੱਬ ਨੂੰ ਲੱਗਿਆ ਕਿ ਇਹ ਚੀਜ਼ ਮੇਰੇ ਕੋਲ ਹੁਣ ਆ ਗਈ ਹੈ, ਇਹ ਆਰਟ, ਇਹ ਸਾਇੰਸ ਮੈਨੂੰ ਸਮਝ ਆ ਗਈ ਹੈ, ਅਤੇ ਆਪਣੇ ਆਪ ਸਭ ਕੁਝ ਹੁੰਦਾ ਚਲਾ ਗਿਆ। ਇਨਵੀਟੇਸ਼ਨਸ ਆਉਂਦੇ ਚਲੇ ਗਏ ਔਰ ਫਿਰ ਮੈਂ ਵੱਖ-ਵੱਖ ਪਲੇਟਫਾਰਮਸ 'ਤੇ ਬੋਲਣਾ ਚਲਾ ਗਿਆ। ਮੈਂ 18 ਤੋਂ ਜ਼ਿਆਦਾ ਕੰਟਰੀਜ਼ ਵਿੱਚ ਆਪਣੇ 800 ਤੋਂ ਜ਼ਿਆਦਾ ਕੀ ਟਾਕਸ ਦੇ ਚੁੱਕਿਆ, ਕੀਨੋਟ ਟਾਕਸ ਦੇ ਚੁੱਕਿਆ। ਔਰ ਉਸ ਤੋਂ ਇਲਾਵਾ ਬੀਇੰਗ ਐਨ ਇੰਟਰਨੈਸ਼ਨਲ ਪਬਲਿਕ ਸਪੀਕਿੰਗ ਕੋਚ ਮੈਂ 23 ਪਲਸ ਕੰਟਰੀਜ਼ ਵਿੱਚ ਕੋਚਿੰਗ ਕਰ ਰਿਹਾ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਇਹ ਸਾਡੇ ਸਿੱਖ ਕੌਮ ਵਾਸਤੇ ਬਹੁਤ ਮਾਣ ਦੀ ਗੱਲ ਹੈਗੀ ਹੈ ਕਿ ਇੱਕ ਸਿੱਖ ਨੂੰ ਅੱਜ ਬਾਹਰ ਦੇ ਲੋਕੀ ਬੁਲਾ ਕਰਕੇ ਕੋਚਿੰਗ ਲੈਂਦੇ ਪਏ ਨੇ। ਬਾਹਰ ਦਾ ਫੋਰਨਰ ਜਿਹੜਾ ਹੈਗਾ ਉਹ ਕਹਿੰਦਾ ਮੈਂ ਆਥਰ ਸ਼ਹਿਰੀ ਤੋਂ ਕੋਚਿੰਗ ਲੈਣੀ ਹੈ। ਸੋ ਇਹ ਸਭ ਵਾਹਿਗੁਰੂ ਦੀ ਕਿਰਪਾ ਹੈਗੀ ਹੈ, ਗੁਰੂ ਨਾਨਕ ਦੇਵ ਜੀ ਦਾ ਸਿਰ ਤੇ ਹੱਥ ਹੈਗਾ ਤਾਂ ਹੀ ਇਹ ਸਭ ਪੋਸੀਬਲ ਹੋ ਪਾਇਆ। ਵਰਨਾ ਮੈਂ ਨਿਮਾਣਾ ਜਿਹਾ ਬੰਦਾ, ਜਦੋਂ ਮੇਰੀ ਜਰਨੀ ਸ਼ੁਰੂ ਹੋਈ ਸੀ ਅਤੇ ਜਿਹੜੀ ਮੈਂ ਸਟਰਗਲਸ ਕੀਤੀ ਆਪਣੀ ਲਾਈਫ ਵਿੱਚ, ਉਹ ਸਟਰਗਲਸ ਹੁਣ ਦਾ ਕੇ ਮੈਂ ਅਗਰ ਦੇਖਾਂ ਪਿੱਛੇ ਜਾ ਕੇ ਔਰ ਹੁਣ ਅੱਜ ਦੀ ਲਾਈਫ ਵੀ ਦੇਖਾਂ ਤਾਂ ਬਿਲਕੁਲ ਜ਼ਮੀਨ ਆਸਮਾਨ ਦਾ ਫਰਕ ਆ ਚੁੱਕਿਆ। ਆਈ ਥਿੰਕ ਜਦੋਂ ਗੁਰੂ ਬਾਂਹ ਫੜ ਲੈਂਦਾ ਹੈ ਤਾਂ ਫਿਰ ਨਥਿੰਗ ਇਜ਼ ਇੰਪੋਸੀਬਲ। ਐਬਸੋਲੂਟਲੀ। ਤੁਸੀਂ
अपनी इस जर्नी विच यू हैव टिल डेट आई थिंक डायरेक्टली और इनडायरेक्टली 20,000 स्पीकर्स ਨੂੰ ਬੱਚਿਆਂ ਨੂੰ ਯੂ ਹੈਵ ਇਨਫਲੂਐਂਸਡ। ਹਾਂਜੀ, ਜ਼ਿਆਦਾ ਹੀ ਹੋ ਗਿਆ ਹੁਣ ਤੇ। ਅੱਛਾ, ਐਕਚੁਅਲੀ ਇਹ ਸਿਲਸਿਲਾ ਸ਼ੁਰੂ ਹੋਇਆ ਜਦੋਂ ਮੈਂ ਕਾਰਪੋਰੇਟ ਟ੍ਰੇਨਿੰਗ ਵਿੱਚ ਆਇਆ। ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਸਪੈਸੀਫਿਕਲੀ ਪਬਲਿਕ ਸਪੀਕਿੰਗ ਕੋਚਿੰਗ ਵਿੱਚ ਮੈਂ ਆਪਣਾ ਫੀਲਡ ਫੜ ਲਿਆ ਕਿ ਮੈਂ ਐਸੀ ਫੀਲਡ ਵਿੱਚ ਕੰਮ ਕਰਨਾ ਹੈਗਾ, ਅਤੇ ਲੋਕਾਂ ਨੂੰ ਟ੍ਰੇਨ ਕਰਦਾ ਚਲਾ ਗਿਆ ਔਰ ਬਹੁਤ ਸਾਰੇ ਪ੍ਰੋਗਰਾਮਸ ਲਾਂਚ ਕਰਦਾ ਚਲਾ ਗਿਆ। 58 ਤੋਂ ਜ਼ਿਆਦਾ ਪ੍ਰੋਗਰਾਮਸ ਮੇਰੇ ਕੋਲ ਇਸ ਟਾਈਮ ਹੈਗੇ ਨੇ ਜਿਹੜੇ ਮੈਂ ਖੁਦ ਕਿਊਰੇਟ ਕੀਤੇ ਨੇ। ਉਸ ਤੋਂ ਇਲਾਵਾ ਬਹੁਤ ਸਾਰੇ ਬੱਚੇ ਤੇ ਇੱਕ ਵੱਖਰੀ ਗੱਲ ਹੈਗੀ ਹੈ, ਮੈਂ ਅਡਲਟਸ ਨੂੰ ਵੀ ਟ੍ਰੇਨ ਕੀਤਾ ਹੈਗਾ, ਅਤੇ ਜਿਹੜੇ ਕੰਪਨੀ ਦੇ ਵੱਡੇ ਕੰਪਨੀ ਦੇ CEOs ਹੈਗੇ ਨੇ, ਇੰਡਸਟਰੀਅਲਿਸਟ ਹੈਗੇ ਨੇ, ਸੀਰੀਅਲ ਐਂਟਰਪ੍ਰੀਨਿਓਰਸ ਹੈਗੇ ਨੇ, ਉਹਨਾਂ ਨੂੰ ਮੈਂ ਟ੍ਰੇਨ ਕੀਤਾ। ਕੈਮਰਾ ਦੇ ਸਾਹਮਣੇ ਕਿਵੇਂ ਬੋਲਣਾ ਹੈ ਉਹਦੀ ਆਰਟ ਸਿਖਾਈ। ਉਸ ਤੋਂ ਇਲਾਵਾ ਉਹਨਾਂ ਨੂੰ ਬੇਝਿਜਕ ਹੋ ਕੇ ਆਪਣੀ ਟਾਕ ਕਿਵੇਂ ਕਰਨੀ ਹੈ, ਜੋ ਸੋਚ ਰਹੇ ਉਹੀ ਗੱਲ ਕਿਵੇਂ ਮੂੰਹ 'ਤੇ ਲੈ ਕੇ ਆਉਣੀ ਹੈ ਔਰ ਸ਼ੇਪ ਦੇ ਕੇ ਕਿਵੇਂ ਬੋਲਣਾ ਹੈਗਾ, ਇਹ ਚੀਜ਼ਾਂ ਮੈਂ ਉਹਨੂੰ ਸਿਖਾਈਆਂ ਉਹਨਾਂ ਨੂੰ। ਸੋ ਇਹ ਸਾਰੀ ਚੀਜ਼ਾਂ ਕਰਦੇ ਇਹ ਨੰਬਰ 20,000 ਤੋਂ ਜ਼ਿਆਦਾ ਹੁਣ ਕ੍ਰੋਸ ਹੋ ਚੁੱਕਿਆ ਹੈਗਾ। ਔਰ ਇੱਕ ਮਿਸ਼ਨ ਹੈਗਾ 1 ਮਿਲੀਅਨ ਪਬਲਿਕ ਸਪੀਕਰਸ ਕ੍ਰੀਏਟ ਕਰਨ ਦਾ। ਉਸ ਮਿਸ਼ਨ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਲੇਟਫਾਰਮ ਵੀ ਦੇ ਰਿਹਾ, ਕਿਉਂਕਿ ਪਬਲਿਕ ਸਪੀਕਿੰਗ ਸਿੱਖਣ ਤੋਂ ਬਾਅਦ ਤੁਸੀਂ ਬੋਲੋਗੇ ਕਿੱਥੇ? ਬੋਲਣ ਵਾਸਤੇ ਵੀ ਤੁਹਾਨੂੰ ਆਡੀਅੰਸ ਚਾਹੀਦੀ ਹੈ, ਕੋਈ ਤੁਹਾਡੀ ਗੱਲ ਸੁਣੇ, ਸਮਝੇ, ਉਹਦੇ 'ਤੇ ਐਕਸ਼ਨ ਲੇ। ਪਬਲਿਕ ਸਪੀਕਰ ਦਾ ਕੰਮ ਆਹੀ ਹੁੰਦਾ ਹੈ, ਇਨਫੋਰਮ, ਐਡੂਕੇਟ, ਇੰਸਪਾਇਰ। ਅਤੇ ਇਨਫੋਰਮ ਵੀ ਕਰਦਾ, ਐਡੂਕੇਟ ਵੀ ਕਰਦਾ, ਇੰਸਪਾਇਰ ਵੀ ਕਰਦਾ। ਫਿਰ ਜਿਹੜਾ ਉਹ ਕਾਲ ਟੂ ਐਕਸ਼ਨ ਹੁੰਦਾ ਜਿਹਦੇ ਕਰਕੇ ਲੋਕ ਤੁਹਾਡੀ ਗੱਲ ਸੁਣ ਕੇ ਆਪਣੀ ਲਾਈਫ ਵਿੱਚ ਤਬਦੀਲ ਕਰਨ ਦੀ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਜਦੋਂ ਚੀਜ਼ਾਂ ਹੁੰਦੀਆਂ ਨੇ ਨਾ, ਉਸ ਤੋਂ ਬਾਅਦ ਫਿਰ ਲੋਕਾਂ ਨੂੰ ਲੱਗਦਾ ਕਿ ਹਾਂ ਅੱਜ ਮੈਂ ਕੁਝ ਸਿੱਖਿਆ। ਸੋ ਆਈ ਥਿੰਕ ਇਹੀ ਰੋਲ ਹੁੰਦਾ ਪਬਲਿਕ ਸਪੀਕਰ ਦਾ, ਇਹੀ ਮੈਂ ਟ੍ਰੇਨ ਕਰਨਾ ਲੋਕਾਂ ਨੂੰ। ਬਹੁਤ ਵਧੀਆ, ਬਹੁਤ ਵਧੀਆ। You said you got into corporate training and that's how you came and decided to get into public speaking. But you were in the middle of a very promising banking career. ਉਹ banking ਛੱਡ ਕੇ ਇੱਕ ਇਹੋ ਜਿਹੀ ਲਾਈਨ ਵਿੱਚ ਜਾਣਾ ਜਿੱਥੇ ਤੁਹਾਡੇ ਸਾਹਮਣੇ ਕੋਈ ਨਹੀਂ ਸੀ। There's nobody in India who's into public speaking in the way you have done it. ਤੇ wasn't this risky? And how did you make the mindset? How did you decide to give up a career? ਕਿਉਂਕਿ ਗਿਵਿੰਗ ਅਪ ਕੈਰੀਅਰ ਜਿੱਥੇ ਫਿਊਚਰ ਬਹੁਤ ਬਰਾਈਟ ਹੋਏ, ਉਹ ਸਾਰਾ ਕੁਝ ਛੱਡ ਕੇ ਇਸ ਜਰਨੀ ਸ਼ੁਰੂ ਕਰਨ ਦੇ ਪਿੱਛੇ ਉਹ ਵਾਲੀ ਆਪਣੀ ਜਰਨੀ ਸਾਡੇ ਨਾਲ ਸਾਂਝੀ ਕਰੋ। Definitely. So this reminds me about one line which Mark Zuckerberg said when he was delivering a keynote in the Stanford, and he said that ideas don't come fully formed. It start taking shape when you start working towards it. So ਜਦੋਂ ਮੈਂ ਬੈਂਕਿੰਗ ਦਾ ਕਰੀਅਰ ਆਪਣਾ ਛੱਡਣ ਦਾ ਪਲਾਨ ਕੀਤਾ, I had no clue what I'm going to do, but I definitely had one thing, because ਮੈਂ ਆਪਣੇ ਜੌਬ ਦੇ ਵਿੱਚ ਉਸ ਟਾਈਮ ਬਹੁਤ ਸਾਰੀ ਟੀਮਸ ਨੂੰ, ਜਿਹੜੀ ਮੈਂ ਟੀਮਸ ਹੈਂਡਲ ਕਰ ਰਿਹਾ ਸੀ, ਉਹਨਾਂ ਨੂੰ ਮੋਟੀਵੇਸ਼ਨਲ ਟ੍ਰੇਨਿੰਗ, ਸੇਲਸ ਟ੍ਰੇਨਿੰਗ ਦਿੰਦਾ ਸੀਗਾ। ਅਤੇ ਮੈਨੂੰ ਟ੍ਰੇਨਿੰਗ ਦਾ ਕਰੀਅਰ ਚੂਜ਼ ਕਰਨਾ ਹੈ ਅਤੇ ਮੈਨੂੰ ਸਮਝ ਆ ਗਿਆ ਸੀਗਾ। ਅਤੇ ਕਾਰਪੋਰੇਟ ਟ੍ਰੇਨਿੰਗ ਵਿੱਚ ਆਇਆ, 5 ਸਾਲ ਮੈਂ ਇਨਵੈਸਟ ਕੀਤੇ, ਲੇਕਿਨ ਮੈਂ ਦੇਖਿਆ ਕਿ ਇੱਥੇ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈਗਾ, ਬਹੁਤ ਜ਼ਿਆਦਾ ਚੈਲੰਜਿਸ ਹੈਗੇ ਨੇ ਵੱਖਰੇ ਲੈਵਲ ਦੇ। ਇਸੇ ਕਰਕੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਕੋਈ ਇੱਕ ਐਸੀ ਫੀਲਡ ਫੜੀਏ ਜਿਹਦੇ ਵਿੱਚ ਇੱਕ ਯੂਨੀਕਨੈਸ ਹੋਏ, ਅਤੇ ਰਿਚਿਸ ਆਰ ਇਨ ਦਾ ਨਿਚਿਸ। ਅਤੇ ਨਿਚ ਫੜਨ ਦੀ ਗੱਲ ਆਈ, ਅਤੇ ਯੂ ਡੋਂਟ ਹੈਵ ਟੂ ਬੀ ਅ ਜਰਨਲਿਸਟ, ਯੂ ਹੈਵ ਟੂ ਬੀ ਅ ਸਪੈਸ਼ਲਿਸਟ। ਤਾਂ ਹੀ ਤੁਸੀਂ ਅੱਗੇ ਆਪਣੇ ਕਰੀਅਰ ਵਿੱਚ ਇੱਕ ਐਕਸਕਲੂਸਿਵਿਟੀ ਕ੍ਰੀਏਟ ਕਰ ਸਕਦੇ ਹੋ। ਉਹ ਚੀਜ਼ ਮੇਰੇ ਦਿਮਾਗ 'ਚ ਜਦੋਂ ਆਈ, ਅਤੇ ਮੈਂ ਇੱਕ ਬੈਠ ਕਰਕੇ ਬ੍ਰੇਨ ਸਟੋਰਮਿੰਗ ਕੀਤੀ ਅਤੇ ਸੋਲ ਸਰਚਿੰਗ ਵੀ ਕੀਤੀ ਆਪਣੇ ਨਾਲ, ਅਤੇ ਮੈਨੂੰ ਸਮਝ ਆਇਆ ਕਿ ਮੈਂ ਜਿਹੜੀ ਵੀ ਚੀਜ਼ ਕਰਦਾ ਆ ਰਿਹਾ ਪਿਛਲੇ 5-7 ਸਾਲ ਤੋਂ ਕਾਰਪੋਰੇਟ ਟ੍ਰੇਨਿੰਗ ਦੇ ਵਿੱਚ, ਇਹਦੇ ਵਿੱਚ ਕਾਮਨ ਰਿਹਾ ਮੈਂ ਵੱਖਰੀ ਟ੍ਰੇਨਿੰਗ ਜੋ ਕੀਤਾ ਉਹ ਹੈਗਾ ਪਬਲਿਕ ਸਪੀਕਿੰਗ। ਇਸ ਤਰ੍ਹਾਂ ਮੈਂ ਪਬਲਿਕ ਸਪੀਕਿੰਗ ਨਾਲ ਕਨੈਕਟ ਕੀਤਾ, ਔਰ ਫਿਰ ਹੌਲੇ ਮੈਂ ਇਸੇ ਨੂੰ ਆਪਣਾ ਸਬਜੈਕਟ ਬਣਾਇਆ। ਅਤੇ ਜਦੋਂ ਮੈਂ ਪਬਲਿਕ ਸਪੀਕਿੰਗ ਇੰਡੀਆ ਦੇ ਵਿੱਚ ਕੋਚਿੰਗ ਕਰਨਾ ਸ਼ੁਰੂ ਕੀਤਾ, 1-2 ਨਾਂ ਨੂੰ ਛੱਡ ਕੇ ਹੋਰ ਕੋਈ ਨਹੀਂ ਹੈਗਾ ਸੀ। ਅੱਜ ਬਹੁਤ ਸਾਰੇ ਟ੍ਰੇਨਰਸ ਜਿਹੜੇ ਤੁਸੀਂ ਮਾਰਕੀਟ ਵਿੱਚ ਦੇਖਦੇ ਹੋ, ਵਾਹਿਗੁਰੂ ਦੀ ਮਿਹਰ ਨਾਲ ਮੈਂ ਹੀ ਉਹਨਾਂ ਨੂੰ ਟ੍ਰੇਨ ਕੀਤਾ ਹੈਗਾ। ਅੱਛਾ ਜੀ। ਔਰ ਦੇ ਗੋਟ ਸਰਟੀਫਾਈਡ ਬਾਈ ਮੀ। ਸੋ ਓਵਰਆਲ ਜਿਹੜਾ ਹੁਣ ਇਹ ਇੰਡਸਟਰੀ ਤਿਆਰ ਹੋ ਰਿਹਾ ਹੈਗਾ, ਇਟਸ ਅ ਵੈਰੀ ਪ੍ਰੋਮਿਸਿੰਗ ਇੰਡਸਟਰੀ, ਐਂਡ ਪਬਲਿਕ ਸਪੀਕਿੰਗ ਇਜ਼ ਗੋਇੰਗ ਟੂ ਬੀ ਅ ਬਿਗ ਇੰਡਸਟਰੀ ਇਨ ਇੰਡੀਆ ਡਾਊਨ ਦ ਲਾਈਨ ਨੈਕਸਟ 10 years। ਔਰ ਆਈ ਥਿੰਕ ਇਹਦਾ ਸਕੋਪ ਬਹੁਤ ਵੱਡਾ ਹੈਗਾ। ਅੱਜ ਕੱਲ੍ਹ ਹਰ ਬੰਦੇ ਨੂੰ ਪਬਲਿਕ ਸਪੀਕਿੰਗ ਆਉਣੀ ਚਾਹੀਦੀ ਹੈ, ਚਾਹੇ ਉਹ ਬੱਚਾ ਹੈਗਾ, ਉਹਨੂੰ ਆਪਣਾ ਕੌਨਫੀਡੈਂਸ ਇੰਪਰੂਵ ਕਰਨਾ ਹੈ, ਉਹਨੂੰ ਆਪਣੀ ਇੰਟਰਵਿਊਜ਼ ਵਿੱਚ ਕਲੀਅਰਿੰਗ ਕਰਨੀ ਹੈ, ਜਾਂ ਆਪਣੀ ਪਰਸਨੈਲਿਟੀ ਇਨਹੈਂਸ ਕਰਨੀ ਹੈ। ਪਬਲਿਕ ਸਪੀਕਿੰਗ ਬਹੁਤ ਇੰਪੋਰਟੈਂਟ ਪਾਰਟ ਹੈਗਾ। ਹਾਊਸ ਵਾਈਫ ਹੈਗੀ ਹੈ, ਆਪਣੀ ਐਂਟਰਪ੍ਰੇਨਿਓਰਸ਼ਿਪ ਜਰਨੀ ਸ਼ੁਰੂ ਕਰਨੀ ਹੈ, ਇੱਕ ਪ੍ਰੋਫੈਸ਼ਨਲ ਹੈਗਾ। ਤੁਸੀਂ ਮੰਨੋਗੇ ਨਹੀਂ, ਮੇਰੇ ਕੋਲ ਬਹੁਤ ਸਾਰੇ ਲੋਕੀ ਪ੍ਰੋਫੈਸ਼ਨਲਸ ਵੀ, ਚਾਰਟਰਡ ਅਕਾਊਂਟੈਂਟ ਜਾਂ ਲਾਇਰਸ ਵੀ ਮੇਰੇ ਕੋਲ ਟ੍ਰੇਨਿੰਗ ਲੈ ਰਹੇ ਨੇ ਇਸ ਟਾਈਮ, ਔਰ ਬਹੁਤ ਸਾਰੇ ਜਰਨਲਿਸਟ ਜਾਂ ਰੇਡੀਓ ਜੌਕੀਜ਼, ਉਹਨਾਂ ਨੂੰ ਵੀ ਮੈਂ ਟ੍ਰੇਨ ਕੀਤਾ ਹੈਗਾ। ਸੋ ਇਹ ਬਹੁਤ ਹੀ ਪ੍ਰੋਮਿਸਿੰਗ ਫੀਲਡ ਬਣ ਕੇ ਸਾਹਮਣੇ ਆ ਗਏ ਇੱਕਦਮ, ਔਰ ਫਿਰ ਮੈਂ ਹੌਲੇ ਇਹਦੇ 'ਤੇ ਐਫਰਟ ਕਰਦਾ ਚਲਾ ਗਿਆ, ਔਰ ਐਫਰਟ ਕਰਨ ਨਾਲ ਰਿਜ਼ਲਟਸ ਆਉਂਦੇ ਚਲੇ ਗਏ। ਕਿੰਨੇ ਸਾਲ ਹੋ ਗਏ ਨੇ ਇਹਨੂੰ ਕਰਦੇ ਹੋਏ?
ਹੁਣ ਤਾਂ ਮੈਨੂੰ ਲਗਭਗ 10 ਸਾਲ ਹੋ ਗਏ ਨੇ। 10 ਸਾਲ। ਹਾਂਜੀ। ਰਿਮੈਂਬਰ 10 years is the magic number. The moment you spend 10 years 10 ਸਾਲ ਕਿਸੇ ਵੀ ਫੀਲਡ ਵਿੱਚ ਅਗਰ ਤੁਸੀਂ 10 ਸਾਲ ਲਗਾਤੇ ਨੇ, you are then considered the master of that field. ਹੁਣ ਸ਼ੈਰੀ ਸਿਰਫ ਆਥਰ ਸ਼ੈਰੀ ਨਹੀਂ ਰਹੇ, ਉਹ ਮਾਸਟਰ ਆਥਰ ਸ਼ੈਰੀ ਹੋ ਗਏ ਨੇ। ਇਸ ਕਰਕੇ people look up to him, learn from him. ਹੁਣ ਲੈਟਸ ਡਿਸਕਸ, ਜਦੋਂ ਤੁਸੀਂ ਇਸ ਜਰਨੀ 'ਚ ਸੀਗੇ ਤੇ 2 ਸਾਲ ਪਹਿਲਾਂ ਕੋਵਿਡ ਦੀ ਵੇਵ ਆਈ ਔਰ ਆਉਂਦੇ ਸਾਰ ਲੋਕਡਾਊਨ ਹੋ ਗਿਆ, ਸਾਰਾ ਕੁਝ ਬੰਦ ਹੋ ਗਿਆ, ਉਹ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਾਂਭਿਆ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ? ਸਟਾਰਟਿੰਗ ਵਿੱਚ ਕੋਈ ਵੀ ਚੇਂਜ ਆਉਂਦਾ ਹੈ ਥੋੜ੍ਹਾ ਮੁਸ਼ਕਿਲ ਹੁੰਦੀ ਹੈ, ਚੇਂਜ ਇਜ਼ ਇਨਐਵਿਟੇਬਲ, ਲੇਕਿਨ ਚੇਂਜ ਜਿਹੜਾ ਆਉਂਦਾ ਹੈਗਾ ਉਹ ਕੁਝ ਚੰਗਾ ਹੀ ਨਿਕਾਲਦਾ ਹੈਗਾ। ਅਤੇ ਸਾਡੇ ਬਿਜ਼ਨਸ 'ਚ ਚੰਗਾ ਇਹ ਹੋਇਆ ਕਿ ਅਸੀਂ ਪਹਿਲੇ ਆਫਲਾਈਨ ਕੋਚਿੰਗ 'ਤੇ ਜ਼ਿਆਦਾ ਫੋਕਸ ਕਰ ਰਹੇ ਸੀ, ਕਦੀ ਸੋਚਿਆ ਨਹੀਂ ਸੀ ਕਿ ਇੰਨੀ ਜਲਦੀ ਆਨਲਾਈਨ ਵੀ ਕੁਝ ਕਰਾਂਗੇ। ਆਨਲਾਈਨ ਹਾਲਾਂਕਿ ਮੈਂ ਜ਼ੂਮ ਟ੍ਰੇਨਿੰਗ, ਜ਼ੂਮ ਇੰਟਰਫੇਸ 'ਤੇ ਬਹੁਤ ਜ਼ਿਆਦਾ ਕੰਮ ਕਰਦਾ ਸੀਗਾ, ਲੇਕਿਨ ਕਦੀ ਮੈਂ ਇੰਨੀ ਐਗਰੈਸਿਵਲੀ ਨਹੀਂ ਕੀਤਾ ਜਿੰਨਾ ਮੈਂ ਲੋਕਡਾਊਨ ਦੇ ਟਾਈਮ ਕੀਤਾ। ਔਰ ਉਸ ਤੋਂ ਬਾਅਦ ਇਹ ਜਿਹੜਾ ਇੱਕ ਮਾਈਂਡਸੈਟ ਹੈਗਾ ਸੀ ਕਿ ਆਨਲਾਈਨ ਟ੍ਰੇਨਿੰਗ ਨਹੀਂ ਹੋ ਸਕਦੀ, ਆਨਲਾਈਨ ਕੋਚਿੰਗ ਨਹੀਂ ਹੋ ਸਕਦੀ, ਲੋਕਾਂ ਦਾ ਵੀ ਮਾਈਂਡਸੈਟ ਚੇਂਜ ਹੋ ਗਿਆ। ਕਿਉਂਕਿ ਲੋਕਾਂ ਨੂੰ ਇਹ ਹੁੰਦਾ ਸੀ ਕਿ ਮੈਂ ਪਰਸਨਲੀ ਜਦੋਂ ਜਾਵਾਂਗਾ ਕਿੱਥੇ ਬੈਠ ਕੇ ਟ੍ਰੇਨਿੰਗ ਲਵਾਂਗਾ ਤਾਂ ਹੀ ਮੈਨੂੰ ਟ੍ਰੇਨਿੰਗ ਆ ਸਕਦੀ ਹੈ। ਉਹ ਮਾਈਂਡਸੈਟ ਚੇਂਜ ਹੋ ਗਿਆ। ਸੋ ਜਦੋਂ ਇਹ ਮਾਈਂਡਸੈਟ ਸ਼ਿਫਟ ਹੋਇਆ, ਪੈਟਰਨ ਸ਼ਿਫਟ ਹੋਏ, ਉਸ ਤੋਂ ਬਾਅਦ ਮੇਰੇ ਬਿਜ਼ਨਸ ਵਿੱਚ ਐਕਚੁਅਲੀ ਗਰੋ ਹੋਇਆ ਅਤੇ ਕਾਫੀ ਅੱਛੀ ਗਰੋਥ ਹੋਈ। ਔਰ ਬਹੁਤ ਸਾਰੇ ਲੋਕ ਜਿਹੜੇ ਕਿ ਟ੍ਰੇਨਿੰਗ ਲੈਣੇ 'ਚ ਪਹਿਲੇ ਇੰਟਰਸਟਿਡ ਨਹੀਂ ਹੈਗੇ ਸੀ, ਕਿਉਂਕਿ ਸਾਰੇ ਖਾਲੀ ਘਰ ਫ੍ਰੀ ਬੈਠੇ ਹੋਏ ਸੀ, ਵਿਹਲੇ ਬੈਠੇ ਹੋਏ ਸੀ, ਅਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਕੁਝ ਸਕਿੱਲ ਨੂੰ ਡਿਵੈਲਪ ਕਰ ਲਾਂ, ਕੁਝ ਸਕਿੱਲ ਨੂੰ ਇੰਪਰੂਵ ਕਰ ਲਾਂ, ਅਤੇ ਐਕਚੁਅਲੀ ਸਾਡਾ ਕੰਮ 'ਤੇ ਗਰੋ ਕੀਤਾ। ਔਰ ਉਸ ਤੋਂ ਇਲਾਵਾ ਆਈ ਥਿੰਕ ਇੱਕ ਮੇਜਰ ਚੇਂਜ ਜਿਹੜਾ ਮੈਂ ਦੇਖਿਆ ਕਿ ਲੋਕੀ ਪਹਿਲੇ ਕੈਮਰਾ ਸ਼ਾਇ ਹੈਗੇ ਸੀ, ਤਾਂ ਕੈਮਰਾ ਸ਼ਾਇ ਟੂ ਕੈਮਰਾ ਫਲਾਈ ਦੀ ਜਰਨੀ ਕ੍ਰੀਏਟ ਹੋ ਗਈ। ਜਿਹੜੇ ਲੋਕੀ ਕਦੀ कैमरा ਦੇ आगे बोलने नहीं सी, उन्होंने भी वीडियो बना के दसना शुरू करता, आज हम ये खा रहे हैं, आज हम वो कर रहे हैं, आज हमने आसमान साफ देखा, आज नीचे यहाँ कोई भी वॉक नहीं कर रहा, आज मैंने चिड़िया की आवाज़ सुनी। सो ऑल दोज थिंग्स वर गोइंग ऑन। और बहुत सारे लोगों ने शॉर्ट वीडियोज़ दे ट्रेंड ਨੂੰ फॉलो ਕੀਤਾ। सो आई थिंक ਇਹ ਸਾਡਾ ਜਿਹੜਾ ਐਡਵਾਂਟੇਜ ਹੈਗਾ ਸਾਰਾ ਸਾਡੇ ਬਿਜ਼ਨਸ ਨੂੰ ਹੋਇਆ ਓਵਰਆਲ, ਅਤੇ ਲੋਕਾਂ ਨੇ ਟ੍ਰੇਨਿੰਗ ਕੋਚਿੰਗ ਨੂੰ ਇੱਕ ਨਵੇਂ ਪਰਸਪੈਕਟਿਵ ਨਾਲ ਦੇਖਿਆ। ਐਂਡ ਵੀ ਆਲ ਨੋ ਕਿ ਬੱਚਿਆਂ ਨੂੰ ਵੀ ਸਾਰਾ ਦਾ ਸਾਰਾ ਵਰਚੁਅਲ ਹੀ ਕੋਚਿੰਗ ਜਾਂ ਉਹਨਾਂ ਦੀ ਐਜੂਕੇਸ਼ਨ ਸਾਰੀ ਵਰਚੁਅਲ ਹੀ ਹੋਈ ਹੈ। ਔਰ ਆਈ ਥਿੰਕ ਦਿਸ ਇਜ਼ ਅ ਗੇਮ ਚੇਂਜਰ। ਵੰਡਰਫੁਲ। ਮੈਂ ਇੱਕ ਗੱਲ ਇੱਥੇ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ, ਪਬਲਿਕ ਸਪੀਕਿੰਗ ਸਿਰਫ ਇਹ ਨਹੀਂ ਹੈਗਾ ਕਿ ਤੁਸੀਂ ਸਟੇਜ 'ਤੇ ਜਾ ਕੇ ਬੋਲੋਗੇ। ਤੁਹਾਡੇ ਵਿੱਚੋਂ ਕਾਫੀ ਖੁਸ਼ਨਸੀਬ ਜਾਂ ਕਾਬਿਲ ਲੋਕ ਜ਼ਰੂਰ ਉਸ ਜਰਨੀ ਜਾਣਗੇ। ਤੁਸੀਂ ਲਾਇਰ ਹੋ, ਤੁਸੀਂ ਇੱਕ ਆਰਜੇ ਹੋ, ਤੁਸੀਂ ਇੱਕ ਜਰਨਲਿਸਟ ਹੋ, ਤੁਸੀਂ ਮੀਡੀਆ ਵਿੱਚ ਹੋ। ਯੂ ਨੀਡ ਟੂ ਬੀ ਕੌਨਫੀਡੈਂਟ, ਯੂ ਨੀਡ ਟੂ ਹੈਵ ਅ ਕੌਨਫੀਡੈਂਟ ਪਰਸਨੈਲਿਟੀ। ਤੁਹਾਡੇ ਅੰਦਰ ਉਹ ਜਜ਼ਬਾ ਹੋਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਆਪਣੇ ਬਾਰੇ, ਆਪਣੇ ਕੰਮ ਬਾਰੇ ਕਿਸੇ ਨੂੰ ਵੀ ਦੱਸ ਰਹੇ ਹੋ, ਵਿਚ ਵਿਲ ਦੇਅਰ ਇਨ ਐਨ ਇੰਟਰਵਿਊ ਔਰ ਇਫ ਯੂ ਨੀਡ ਟੂ ਗੋ। ਅੱਜ ਕੱਲ੍ਹ ਦੀ ਦੁਨੀਆ 'ਚ ਸ਼ਾਰਕ ਟੈਂਕ 'ਤੇ ਜਾ ਕੇ ਅਗਰ ਤੁਸੀਂ ਆਪਣੇ ਬਿਜ਼ਨਸ ਬਾਰੇ ਜਾਂ ਆਪਣੇ ਆਈਡੀਆ ਬਾਰੇ ਕੁਝ ਦੱਸਣਾ ਹੈ, ਅਤੇ ਜਦ ਤੱਕ ਉਹ ਕੌਨਫੀਡੈਂਸ ਨਹੀਂ ਹੋਏਗਾ ਕਿਸ ਤਰ੍ਹਾਂ ਕਰੋਗੇ? ਅਤੇ ਪਬਲਿਕ ਸਪੀਕਿੰਗ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਕਿ ਪਬਲਿਕ 'ਚ ਜਾ ਕੇ ਤੁਸੀਂ ਸਪੀਚਾਂ ਦੇਣੀਆਂ ਨੇ ਜਿਸ ਤਰ੍ਹਾਂ ਨੇਤੇ ਦਿੰਦੇ ਨੇ। ਦਿਸ ਵਿਲ ਬੂਸਟ ਅਪ ਯੋਰ ਕੌਨਫੀਡੈਂਸ, ਦਿਸ ਵਿਲ ਬੂਸਟ ਅਪ ਯੋਰ ਪਰਸਨੈਲਿਟੀ। ਔਰ ਇਹ ਕੌਨਫੀਡੈਂਸ ਸਿਰਫ ਸਪੀਕਿੰਗ ਵਿੱਚ ਨਹੀਂ, ਤੁਹਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਇਫੈਕਟ ਕਰੇਗੀ ਪੋਜ਼ੀਟਿਵਲੀ। ਅਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਾਂਗਾ ਕਿ ਆਥਰ ਸ਼ੈਰੀ ਨੂੰ ਫੋਲੋ ਕਰੋ। ਇਹਨਾਂ ਦੇ ਬਹੁਤ ਸਾਰੇ ਬਲੌਗਸ ਨੇ, ਵੀਡੀਓਜ਼ ਨੇ, ਔਰ ਜੋ ਲੋਕ ਸੱਚਮੁੱਚ ਸੋਚਦੇ ਨੇ ਕਿ ਉਹਨਾਂ ਨੂੰ ਇਹਦੀ ਲੋੜ ਹੈ, ਦੇ ਸ਼ੁੱਡ ਟੇਕ ਟ੍ਰੇਨਿੰਗ ਫਰੋਮ ਹਿਮ। ਹੁਣ ਮੈਂ ਆਥਰ ਸ਼ੈਰੀ ਨੂੰ ਕੁਝ ਪਰਸਨਲ ਸਵਾਲ ਪੁੱਛਣਾ ਚਾਹੁੰਦਾ ਹਾਂ ਜੀ। ਤੁਸੀਂ ਆਪਣੇ ਫ੍ਰੀ ਟਾਈਮ ਵਿੱਚ ਕੀ ਕਰਨਾ ਪਸੰਦ ਕਰਦੇ ਹੋ? ਸਭ ਤੋਂ ਜ਼ਿਆਦਾ ਰੀਡਿੰਗ। ਅੱਛਾ, ਹਾਂਜੀ। ਕੀ ਪੜ੍ਹਦੇ ਹੋ? ਮੈਂ ਬਹੁਤ ਸਾਰੀ ਸੈਲਫ ਇੰਪਰੂਵਮੈਂਟ ਬੁੱਕਸ ਪੜ੍ਹਨਾ ਔਰ ਸਟਾਰਟਅਪ ਦੇ ਬਾਰੇ ਮੈਂ ਬਹੁਤ ਅੱਜ ਕੱਲ੍ਹ ਸਟੱਡੀ ਕਰ ਰਿਹਾ। ਉਸ ਤੋਂ ਇਲਾਵਾ ਬਿਜ਼ਨਸ ਸਟ੍ਰੈਟਜੀ ਉੱਤੇ ਮੈਂ ਬਹੁਤ ਕੁਝ ਪੜ੍ਹਨਾ, ਕਮਿਊਨੀਕੇਸ਼ਨ ਨੂੰ ਮੈਂ ਬਹੁਤ ਡੀਪਲੀ ਐਨਾਲਾਈਜ਼ ਕਰਨਾ, ਸਾਈਕੋਲੋਜੀ ਦੇ ਬਾਰੇ ਬਹੁਤ ਕੁਝ ਪੜ੍ਹਨਾ। ਅਤੇ 10 ਸਾਲ ਹੋ ਗਏ ਨੇ ਔਰ ਇਹ ਮਾਸਟਰ ਹਾਲੇ ਰੁਕਿਆ ਨਹੀਂ ਹੈ, ਇਹ ਹਾਲੇ ਵੀ ਪੜ੍ਹ ਰਿਹਾ ਹੈ। ਹੀ ਇਜ਼ ਇੰਪਰੂਵਿੰਗ ਹਿਮਸੈਲਫ, ਹੀ ਇਜ਼ ਪੋਲਿਸ਼ਿੰਗ ਹਿਮਸੈਲਫ। ਇਹ ਸਾਡੇ ਵਾਸਤੇ ਬਹੁਤ ਵੱਡੀ ਸੀਖ ਹੈ। ਸਾਨੂੰ ਵੀ ਜੋ ਵੀ ਸਾਡੀ ਫੀਲਡ ਹੈਗੀ ਹੈ ਉਸ ਵਿੱਚ ਵੀ ਸ਼ੁੱਡ ਟਰਾਈ ਐਂਡ ਬਿਕਮ ਮਾਸਟਰਸ ਐਂਡ ਕੀਪ ਇੰਪਰੂਵਿੰਗ, ਕਿਉਂਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ, ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਅਤੇ ਸਾਨੂੰ ਵੀ ਵੀ ਹੈਵ ਟੂ ਬੀ ਸ਼ਾਰਪ ਐਂਡ ਆਲਵੇਜ਼ ਰੈਡੀ ਟੂ ਲਰਨ ਨਿਊ ਥਿੰਗਸ। ਹੁਣ ਤੁਹਾਡੇ ਫਿਊਚਰ ਵਾਸਤੇ ਵੇਅਰ ਡੂ ਯੂ ਸੀ ਯੋਰਸੈਲਫ? ਆਥਰ ਸ਼ੈਰੀ 5 ਸਾਲ ਬਾਅਦ, 10 ਸਾਲ ਬਾਅਦ ਕੀ ਕਰ ਰਹੇ ਹੋਣਗੇ, ਜਾਂ ਵਾਟਸ ਯੋਰ ਵਿਜ਼ਨ ਫॉर ਯੋਰਸੈਲਫ? ਇਹ ਤਾਂ ਹੁਣੇ ਕਹਿਣਾ ਕੁਝ ਮੁਸ਼ਕਿਲ ਹੈਗਾ ਕਿ ਇਹੀ ਸਰਟੇਨ ਹੋਏਗਾ। ਹਾਂ, ਲੇਕਿਨ ਇੱਕ ਵਿਜ਼ਨ ਰੱਖਿਆ ਹੈਗਾ ਕਿ ਜਿਸ ਤਰ੍ਹਾਂ ਮੇਰਾ ਮਿਸ਼ਨ ਹੈਗਾ 1 ਮਿਲੀਅਨ ਪਬਲਿਕ ਸਪੀਕਰਸ ਕ੍ਰੀਏਟ ਕਰਨ ਦਾ,
ਤੇ ਮੈਂ ਇਹ ਚਾਹੁੰਦਾ ਕਿ ਪਬਲਿਕ ਸਪੀਕਿੰਗ ਹਰ ਸਕੂਲ ਦੇ ਵਿੱਚ ਯੂਨੀਵਰਸਿਟੀ ਵਿੱਚ ਐਜ਼ ਅ ਸਬਜੈਕਟ ਆਏ ਤਾਂ ਕਿ ਲੋਕਾਂ ਨੂੰ ਇਹਦੀ ਇੰਪੋਰਟੈਂਸ ਪਤਾ ਲੱਗੇ। ਕਿਉਂਕਿ ਅੱਜ ਅਗਰ ਸਿਰਫ ਤੁਹਾਨੂੰ ਬੋਲਣ ਦੀ ਕਲਾ ਆ ਜਾਏ, ਸਾਰਵਜਨਿਕ ਬੋਲ ਜਿਵੇਂ ਅਸੀਂ ਹਿੰਦੀ 'ਚ ਕਹਿੰਦੇ ਆ ਜਾਏ, ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਹੋਰ ਕੋਈ ਸਕਿੱਲ ਅਗਰ ਸਿੱਖੋ ਜਾਂ ਨਾ ਸਿੱਖੋ ਉਹਦੀ ਕੋਈ ਇੰਪੋਰਟੈਂਸ ਹੈਗੀ ਹੈ। ਸੋ ਇਹ ਘਰ ਘਰ ਇਹ ਸਕਿੱਲ ਪਹੁੰਚ ਜਾਏ, ਇਹੀ ਮੇਰਾ ਵਿਜ਼ਨ ਹੈਗਾ। ਤੇ ਹਿੰਦੁਸਤਾਨ ਦੀ ਪਹਿਲੀ ਪਬਲਿਕ ਸਪੀਕਿੰਗ ਯੂਨੀਵਰਸਿਟੀ ਬਣ ਜਾਏ, ਆਨਲਾਈਨ ਜਾਂ ਆਫਲਾਈਨ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਇਹ ਹੋ ਜਾਏ ਤਾਂ ਬਹੁਤ ਵੱਡਾ ਕੰਮ ਹੋ ਜਾਏਗਾ। ਕਿਉਂਕਿ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਜਦੋਂ ਬੰਦਾ ਆਉਂਦਾ ਹੈਗਾ ਉੱਥੇ ਫਿਰ ਇੱਕ ਲਿਮਿਟ ਤੱਕ ਹੀ ਬੰਦਾ ਆਪਣੇ ਬਾਰੇ ਸੋਚਦਾ ਹੈ ਜਾਂ ਆਪਣੀ ਗ੍ਰੀਡ ਦੇ ਬਾਰੇ ਸੋਚਦਾ ਹੈ। ਉਸ ਤੋਂ ਬਾਅਦ ਫਿਰ ਉਹ ਚੀਜ਼ਾਂ ਬਿਯੋਂਡ ਹੁੰਦੀਆਂ ਨੇ। ਅਤੇ ਵਾਹਿਗੁਰੂ ਨੇ ਇਹ ਕਿਰਪਾ, ਇਹ ਬਖਸ਼ਿਸ਼ ਕੀਤੀ ਹੈ ਕਿ ਮੈਂ ਹੁਣੇ ਤੋਂ ਹੀ ਬਹੁਤ ਜ਼ਿਆਦਾ ਅੱਗੇ ਦੀ ਸੋਚ ਕਰਕੇ ਕਿ ਸਾਡੀ ਕੰਟਰੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਇੰਪਰੂਵਮੈਂਟ ਲਾ ਸਕਦੇ ਹਾਂ ਜਾਂ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਹਾਂ, ਇਹਦੇ ਬਾਰੇ ਕਾਫੀ ਕੁਝ ਸੋਚਦਾ ਰਹਿੰਦਾ। ਹੁਣ ਇੱਕ ਸਵਾਲ ਤੁਹਾਡੀ ਫੈਮਿਲੀ ਬਾਰੇ, ਤੁਸੀਂ ਗੱਲ ਮੇਰੇ ਨਾਲ ਥੋੜ੍ਹੀ ਦੇਰ ਪਹਿਲੇ ਸਾਂਝੀ ਕੀਤੀ ਸੀ। ਆਈ ਵਾਂਟ ਯੂ ਟੂ ਸ਼ੇਅਰ ਦੈਟ ਵਿਦ ਐਵਰੀਵਨ। ਓਕੇ, ਸੋ ਮੇਰੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦਾ ਲਾਸਟ ਈਅਰ ਦੇਹਾਂਤ ਹੋ ਗਿਆ ਸੀ, ਉਹ ਵੀ ਇੱਕ ਪਬਲਿਸ਼ਡ ਆਥਰ ਰਹੇ ਨੇ। ਉਸ ਤੋਂ ਬਾਅਦ ਮੇਰੀ ਵਾਈਫ, ਉਹ ਵੀ ਮੇਰੇ ਨਾਲ ਇੱਕ ਬੁੱਕ ਆਥਰ ਕਰ ਚੁੱਕੀ ਹੈ, ਉਹ ਵੀ ਪਬਲਿਸ਼ਡ ਆਥਰ ਹੈ। ਮੇਰੀ ਡਾਟਰ, ਉਹਨੇ 8 ਸਾਲ ਦੀ ਉਮਰ ਵਿੱਚ ਹੀ ਬੁੱਕ ਪਬਲਿਸ਼ ਕੀਤੀ ਹੈਗੀ ਹੈ। ਵੈਰੀ ਗੁੱਡ। ਉਹ ਆਪਣੀ ਸੈਕਿੰਡ ਬੁੱਕ ਲਿਖ ਰਹੀ ਹੈ ਹੁਣ ਇੰਗਲਿਸ਼ ਸਪੀਕਿੰਗ ਦੇ ਉੱਤੇ। ਅੱਛਾ। ਹੁਣ ਉਹ 12 ਸਾਲ ਦੀ ਹੈ। ਔਰ ਮੈਂ ਆਪ ਕਰੀਬਨ 5 ਕਿਤਾਬਾਂ ਲਿਖ ਚੁੱਕਿਆ ਅਤੇ ਮੇਰਾ ਜਿਹੜਾ ਛਟਾ ਟਾਈਟਲ ਹੈ ਉਹ ਹਿੰਦੁਸਤਾਨ ਦੇ ਬਹੁਤ ਵੱਡੇ ਪਬਲਿਸ਼ਰ ਨਾਲ ਹੁਣ ਮੈਂ ਕਰ ਰਿਹਾ ਹੈਗਾ ਵਰਕ ਉਹਦੇ 'ਤੇ। ਅਤੇ ਇਹ ਛੋਟੀ ਜਿਹੀ ਫੈਮਿਲੀ ਹੈਗੀ ਹੈ, ਇਹ ਸਾਰੀ ਆਥਰਸ ਦੀ ਫੈਮਿਲੀ ਹੈਗੀ ਹੈ। ਸੋ ਵੀ ਬਿਲੋਂਗ ਟੂ ਅ ਫੈਮਿਲੀ ਆਫ ਜਨਰੇਸ਼ਨ ਆਫ ਆਥਰਸ। ਵਾਓ, ਸੋ ਅਮੇਜ਼ਿੰਗ ਅਮੇਜ਼ਿੰਗ, ਥੈਂਕ ਯੂ। ਸਾਰੇ ਆਥਰ ਨੇ, ਇਹਨਾਂ ਦੇ ਪਿਤਾ ਜੀ ਇਹ ਆਪ 5 ਕਿਤਾਬਾਂ ਲਿਖ ਬੈਠੇ ਨੇ। ਇਹਨਾਂ ਦੀ ਮਿਸਿਸ ਅਤੇ ਇਹਨਾਂ ਦੀ ਬਿਟੀਆ ਜੋ ਦੀ ਸੈਕਿੰਡ ਕਿਤਾਬ ਹੁਣ ਜਲਦੀ ਆਉਣ ਵਾਲੀ ਹੈ। ਤੁਹਾਨੂੰ ਅਤੇ ਤੁਹਾਡੀ ਬੇਟੀ ਨੂੰ ਬੈਸਟ ਆਫ ਲੱਕ ਸਾਡੀ ਤਰਫੋਂ। ਥੈਂਕ ਯੂ ਜੀ। ਕਿ ਤੁਹਾਨੂੰ ਸਕਸੈਸ ਮਿਲੇ, ਇਟ ਬਿਕਮਸ ਦ ਬੈਸਟ ਸੈਲਰ। ਮੈਨੀ ਥੈਂਕਸ। ਐਂਡ ਵਾਟ ਅਬਾਊਟ ਯੋਰ ਬੀਇੰਗ ਅ ਸਿੱਖ, ਜੋ ਤੁਸੀਂ ਤੁਹਾਡੇ ਪੇਰੈਂਟਸ ਦਾ ਕੰਟਰੀਬਿਊਸ਼ਨ ਟੂ ਦੈਟ, ਐਂਡ ਤੁਸੀਂ ਦੱਸਿਆ ਤੁਸੀਂ ਨਿਤਨੇਮ ਬਾਣੀ ਪੂਰੀ ਕੰਠ ਯਾਦ ਹੈ ਤੁਹਾਨੂੰ? ਹਾਂਜੀ, ਐਕਚੁਅਲੀ ਜਦੋਂ ਮੈਂ ਬਚਪਨ ਵਿੱਚ ਕਈ ਵਾਰੀ ਨਾ ਨੈਗੇਟਿਵਿਟੀ ਸਾਡੇ ਆਸ-ਪਾਸ ਹੀ ਹੁੰਦੀ ਹੈ ਜੀ। ਅਤੇ ਮੇਰੀ ਮੰਮੀ ਮੈਨੂੰ ਸ਼ੁਰੂ ਤੋਂ ਹੀ ਤਾਤੀ ਵਾਹ ਨਾ ਲੱਗੀ, ਪਾਰ ਬ੍ਰਹਮ ਸਰਨਾਈ, ਇਹ ਸ਼ਬਦ ਮੈਨੂੰ ਕੰਠ ਕਰਾਉਂਦੀ ਹੁੰਦੀ ਸੀ। ਚੌਪਈ ਸਾਹਿਬ ਦਾ ਪਾਠ ਕੰਠ ਕਰਾਉਂਦੀ ਹੁੰਦੀ ਸੀ। ਔਰ ਥੋੜ੍ਹਾ ਜਿਹਾ ਮੇਰੀ ਲਾਈਫ ਵਿੱਚ ਫੇਸ ਇਸ ਤਰ੍ਹਾਂ ਆਇਆ ਕਿ ਨਿਤਨੇਮ ਬਹੁਤ ਰੈਗੂਲਰ ਹੋਇਆ, ਵਾਹਿਗੁਰੂ ਨੇ ਕਰਵਾਇਆ ਅਤੇ ਉਹ ਨਿਤਨੇਮ ਮੈਨੂੰ ਕੰਠ ਹੁੰਦਾ ਚਲਾ ਗਿਆ। ਅਤੇ ਹੁਣੇ ਵੀ ਮੈਨੂੰ ਕਾਫੀ ਬਾਣੀ ਵਾਹਿਗੁਰੂ ਦੀ ਕਿਰਪਾ ਨਾਲ ਕੰਠ ਹੈਗੀ ਹੈ ਅਤੇ ਮਨ ਜੁੜ ਜਾਂਦਾ ਜਦੋਂ ਸੰਗਤ ਵਿੱਚ ਬੈਠਦੇ ਹਾਂ। ਇਹ ਸਭ ਜਿਹੜੇ ਪ੍ਰਿੰਸੀਪਲਸ ਹੈਗੇ ਨੇ ਇਹ ਬਹੁਤ ਜ਼ਰੂਰੀ ਹੈਗੇ ਨੇ ਅਤੇ ਅਸੀਂ ਵੀ ਆਪਣੇ ਅੱਗੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਂਦੇ ਹੈਗੇ ਹਾਂ ਕਿ ਕੋਈ ਵੀ ਸਿਚੁਏਸ਼ਨ ਆ ਜਾਏ ਘਬਰਾਉਣਾ ਨਹੀਂ ਹੈ ਔਰ ਵਾਹਿਗੁਰੂ ਦੇ ਪਾਠ ਸਿਮਰਨ ਨਾਲ ਜੁੜੇ ਰਹਿਣਾ। ਆਈ ਥਿੰਕ ਉਸ ਤੋਂ ਬਾਅਦ ਇੱਕ ਡਿਵੈਲਪਮੈਂਟ ਹੁੰਦੀ ਹੈ, ਹਰ ਬੰਦੇ ਦੀ ਸਪਿਰਿਚੁਅਲ ਡਿਵੈਲਪਮੈਂਟ ਹੁੰਦੀ ਹੈ ਅਤੇ ਵਾਹਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਔਰ ਅਸੀਂ ਅੱਜ ਵੀ ਉਹੀ ਰੂਟੀਨ ਫੋਲੋ ਕਰਨੇ ਹੈਗੇ ਆ ਔਰ ਉਹੀ ਪ੍ਰਿੰਸੀਪਲਸ ਫੋਲੋ ਕਰਨੇ ਹੈਗੇ। ਸੋ ਇਹਦਾ ਜਿਹੜਾ ਮੁੱਖ ਕਾਰਨ ਬਣਿਆ ਉਹਦਾ ਸਾਰਾ ਕ੍ਰੈਡਿਟ ਮੈਂ ਆਪਣੀ ਮਦਰ ਨੂੰ ਔਰ ਆਪਣੇ ਡੈਡ ਨੂੰ ਦਿੰਦਾ, ਜਿਨ੍ਹਾਂ ਨੇ ਇਹ ਸੰਸਕਾਰ ਦਿੱਤੇ ਕਿ ਇਹ ਚੀਜ਼ ਰੱਬ ਨਾਲ ਜੁੜ ਕੇ ਕਰਨੀ ਹੈ, ਜੋ ਵੀ ਕਰਨੀ ਹੈ। ਜਿੰਨਾ ਮਰਜ਼ੀ ਤੁਸੀਂ ਬਿਜ਼ੀ ਹੋ ਜਾਓ, ਜਿੰਨਾ ਮਰਜ਼ੀ ਤੁਸੀਂ ਮਾਇਆ ਦੇ ਪਿੱਛੇ ਭੱਜੋ, ਬਟ ਇੱਕ ਆਪਣਾ ਰੂਟੀਨ ਹੋਣਾ ਚਾਹੀਦਾ ਹੈ ਡੇਲੀ, ਅਤੇ ਗੁਰਦੁਆਰਾ ਮੱਥਾ ਟੇਕ ਕੇ ਜਾਓ। ਸੋ ਅੱਜ ਵੀ ਵਾਹਿਗੁਰੂ ਦੀ ਕਿਰਪਾ ਰਹਿੰਦੀ ਹੈਗੀ ਹੈ ਕਿ ਅਸੀਂ ਬਾਹਰ ਨਿਕਲਣੇ ਹੈਗੇ ਆ, ਮਾਇੰਡ ਵਿੱਚ ਹੁੰਦਾ ਕਿ ਗੁਰਦੁਆਰੇ ਮੱਥਾ ਟੇਕਣਾ, ਉਸ ਤੋਂ ਬਾਅਦ ਕੋਈ ਕੰਮ ਸ਼ੁਰੂ ਕਰਨਾ। ਸੋ ਮਾਇੰਡ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਐਟਲੀਸਟ ਗੁਰੂ ਸੰਗ ਹੋਏ ਅਤੇ ਕੀ ਕਾਰਜ ਹਾਂਜੀ ਨਹੀਂ ਹੋ ਸਕਦਾ। ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ ਨਾ। ਅਤੇ ਉਹ ਐਟੀਟਿਊਡ ਆਉਣਾ ਚਾਹੀਦਾ। ਉਹ ਐਟੀਟਿਊਡ ਆ ਜਾਏ ਬਸ। ਆਈ ਥਿੰਕ ਸਭ ਐਟੀਟਿਊਡ ਆਉਣ ਦੀ ਗੱਲ ਹੁੰਦੀ ਹੈ। ਉਹ ਐਟੀਟਿਊਡ ਆ ਜਾਏ ਅਤੇ ਫਿਰ ਤੁਸੀਂ ਕਦੀ ਅੰਦਰੋਂ ਨਹੀਂ ਟੁੱਟਦੇ ਰੱਬ ਕੋਲੋਂ। ਅੰਦਰ ਤੁਸੀਂ ਜੁੜੇ ਹੋ, ਜਦੋਂ ਤੱਕ ਤੁਸੀਂ ਅੰਦਰ ਤੱਕ ਜੁੜੇ ਹੋਏ ਹੋ, ਬਾਹਰ ਤੁਹਾਨੂੰ ਕੋਈ ਚੀਜ਼ ਤੱਤੀਵਾਂ ਨਹੀਂ ਲੱਗ ਸਕਦੀ। ਔਥਰ ਸ਼ਰੀ ਸਾਡੇ ਕੋਲ ਆਏ, ਆਪਣਾ ਕੀਮਤੀ ਵਕਤ ਕੱਢ ਕੇ। ਹੀ ਇਜ਼ ਅ ਵੈਰੀ ਬਿਜ਼ੀ ਮੈਨ, ਇਹਨਾਂ ਦੀ ਅਪੋਇੰਟਮੈਂਟ ਮਿਲਣੀ ਔਖੀ ਹੈ, ਇਹ ਫਿਰ ਵੀ ਟਾਈਮ ਕੱਢ ਕੇ ਆਏ ਸਾਡੇ ਨਾਲ ਅਤੇ ਅਸੀਂ ਬਹੁਤ ਸ਼ੁਕਰਾਨਾ ਹੈ ਸਾਡੀ ਤਰਫੋਂ। ਐਂਡ ਵੀ ਵਿਸ਼ ਦ ਬੈਸਟ ਟੂ ਹਿਮ ਸਪੈਸ਼ਲੀ। ਮੇਰੀ ਡਰੀਮ ਇਹ ਹੈ ਕਿ ਅਗਲੇ 3 ਜਾਂ 5 ਸਾਲ ਵਿੱਚ ਮੈਂ ਪਬਲਿਕ ਸਪੀਕਿੰਗ ਯੂਨੀਵਰਸਿਟੀ ਵਿੱਚ ਆ ਕੇ ਤੁਹਾਡੀ ਇੰਟਰਵਿਊ ਲਿਆ। ਓ ਮਾਈ ਪਲੇਜ਼ਰ ਸਰ, ਥੈਂਕ ਯੂ ਵੈਰੀ ਮਚ। ਰੱਬ ਕਰੇ ਜਲਦੀ ਔਰ ਛੇਤੀ ਹੋਏ। ਕੀਪ ਲਿਵਿੰਗ, ਕੀਪ ਇੰਸਪਾਇਰਿੰਗ, ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।